जी आयां नूं प्यारे विद्यार्थियों, सीनियर सैकेंडरी क्लासेस अर्थात 11वीं ਅਤੇ 12ਵੀਂ जमात की इंग्लिश की किताब इंग्लिश ग्रामर एंड कंपोजिशन उसका लैसन नंबर 8 चेंज ऑफ वॉइस ਉਹਦੀਆਂ ਅਗਲੀਆਂ 3 ਐਕਸਰਸਾਈਜ਼ਸ 13, 15 ਐਂਡ 17 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ, ਆਨਸਰਸ ਨੂੰ ਨੋਟ ਡਾਊਨ ਕਰ ਲਓ, ਐਕਸਪਲੇਨੇਸ਼ਨ ਨੂੰ ਧਿਆਨ ਨਾਲ ਸੁਣੋ ਤੇ ਬਾਅਦ ਵਿੱਚੋਂ ਇਹਨਾਂ ਐਕਸਰਸਾਈਜ਼ਸ ਨੂੰ ਆਪਣੇ ਤੌਰ ਤੇ ਬਿਨਾਂ ਦੇਖੇ ਕਰਨ ਦਾ ਅਭਿਆਸ ਕਰੋ ਤੇ ਆਪਣੇ ਆਨਸਰਸ ਦਾ ਮਿਲਾਨ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਸਾਰੀ ਐਕਸਰਸਾਈਜ਼ਸ ਦਾ ਬੱਚੋ ਇੱਕੋ ਹੀ ਸਿਰਲੇਖ ਹੈ, ਚੇਂਜ ਦੀ ਵੌਇਸ। ਅਰਥਾਤ ਜੇ ਐਕਟਿਵ ਵੌਇਸ ਵਿੱਚ ਸੈਂਟੈਂਸ ਹੈ ਉਹਨੂੰ ਪੈਸਿਵ ਵੌਇਸ ਵਿੱਚ ਲਿਖੋ ਤੇ ਜੇ ਦਿੱਤਾ ਹੋਇਆ ਸੈਂਟੈਂਸ ਪੈਸਿਵ ਵੌਇਸ ਵਿੱਚ ਹੈ ਉਹਨੂੰ ਐਕਟਿਵ ਵੌਇਸ ਵਿੱਚ ਤਬਦੀਲ ਕਰੋ। ਸੋ ਪਹਿਲਾ ਹੈ ਹੈਲਪ ਯੂਅਰ ਫਰੈਂਡਸ ਇਨ ਨੀਡ, ਅਰਥਾਤ ਜ਼ਰੂਰਤ ਵਿੱਚ ਫਸੇ, ਲੋੜ ਵਿੱਚ ਪਏ ਆਪਣੇ ਮਿੱਤਰਾਂ ਦੀ ਮਦਦ ਕਰੋ। ਸੋ ਇਹਨੂੰ ਕਿੱਦਾਂ ਲਿਖ ਸਕਦੇ ਹਾਂ? ਪੈਸਿਵ ਵੌਇਸ ਵਿੱਚ 3 ਢੰਗ ਨਾਲ ਲਿਖ ਸਕਦੇ ਹਾਂ। ਲੈਟ ਫਰੈਂਡਸ ਇਨ ਨੀਡ ਬੀ ਹੈਲਪਡ, ਹੈਲਪ ਦਾ ਬਣ ਜਾਏਗਾ ਬੀ ਹੈਲਪਡ, ਲੈਟ ਫਰੈਂਡਸ ਇਨ ਨੀਡ ਬੀ ਹੈਲਪਡ, ਜਾਂ ਫਰੈਂਡਸ ਇਨ ਨੀਡ ਸ਼ੁੱਡ ਬੀ ਹੈਲਪਡ, ਅਰਥਾਤ ਲੋੜ ਵਿੱਚ ਫਸੇ ਮਿੱਤਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ, ਜਾਂ ਲੈਟ ਫਰੈਂਡਸ ਇਨ ਨੀਡ ਬੀ ਹੈਲਪਡ ਅਰਥਾਤ ਲੋੜ ਵਿੱਚ ਫਸੇ ਮਿੱਤਰਾਂ ਦੀ ਮਦਦ ਕੀਤੀ ਜਾਵੇ, ਜਾਂ ਯੂ ਆਰ ਐਡਵਾਈਜ਼ ਟੂ ਹੈਲਪ ਯੂਅਰ ਫਰੈਂਡਸ ਇਨ ਨੀਡ, ਇੱਦਾਂ ਵੀ ਲਿਖ ਸਕਦੇ ਹਾਂ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਲੋੜ ਵਿੱਚ ਫਸੇ ਮਿੱਤਰਾਂ ਦੀ ਮਦਦ ਕਰੋ। ਠੀਕ ਹੈ, ਸੋ ਐਂਜੋਏ ਦੀ ਮੂਮੈਂਟ, ਐਂਜੋਏ ਦੀ ਮੂਮੈਂਟ ਹੁੰਦਾ ਘੜੀ, ਮਤਲਬ ਕਿ ਮੌਜੂਦਾ ਇੱਕੋਦਮ ਵਰਤਮਾਨ ਸਮਾਂ, ਸਮੇਂ ਦੀ ਛੋਟੀ ਇਕਾਈ ਹੈਗੀ ਹੈ। ਐਂਜੋਏ ਦੀ ਮੂਮੈਂਟ ਅਰਥਾਤ ਵਰਤਮਾਨ ਦਾ ਲਾਹਾ ਲਵੋ ਜਾਂ ਜਿਹੜੀ ਮੌਕੇ ਤੇ ਘੜੀ ਹੈ ਉਹਦੀ ਆਨੰਦ ਮਾਣੋ, ਉਹਦਾ ਆਨੰਦ ਮਾਣੋ। ਸੋ ਲੈਟ ਦੀ ਮੂਮੈਂਟ ਬੀ ਐਂਜੋਇਡ, ਇੱਦਾਂ ਲਿਖ ਸਕਦੇ ਹਾਂ ਦੀ ਮੂਮੈਂਟ ਸ਼ੁੱਡ ਬੀ ਐਂਜੋਇਡ। ਡੋਂਟ ਪਲੇ ਵਿਦ ਫਾਇਰ ਅਰਥਾਤ ਅੱਗ ਨਾਲ ਨਾ ਖੇਡੋ, ਇਹਦੇ ਅੱਖਰੀ ਅਰਥ ਵੀ ਹੈ, ਮੁਹਾਵਰਾ ਵੀ ਹੈ। ਜੇ ਕੋਈ ਬੱਚਾ ਅੱਗ ਦੇ ਨੇੜੇ ਜਾਂਦਾ ਤੇ ਅਸੀਂ ਕਹਿੰਦੇ ਅੱਗ ਨਾਲ ਨਾ ਖੇਡ, ਵੀ ਕਿਤੇ ਹੱਥ ਹੁੱਥ ਨਾ ਸਾੜ ਲਈ, ਕੱਪੜੇ ਨੂੰ ਅੱਗ ਨਾ ਲੱਗ ਜਾਏ। ਤੇ ਜੇ ਬੰਦਾ ਕੋਈ ਬਹੁਤ ਖਤਰਾ ਮੋਲ ਲੈਣ ਵਾਲਾ ਕੰਮ ਕਰ ਰਿਹਾ ਜਿਸ 'ਚ ਪੈਸੇ ਦਾ, ਪ੍ਰਾਪਰਟੀ ਦਾ, ਪਦਾਰਥ ਦਾ ਜਾਂ ਸਿਹਤ ਦਾ ਕੋਈ ਨੁਕਸਾਨ ਹੋਣ ਦਾ ਹੋਵੇ ਤੇ ਤਾਂ ਵੀ ਅਸੀਂ ਕਹਿ ਦਿੰਦੇ ਹਾਂ ਕਿ ਡੋਂਟ ਪਲੇ ਵਿਦ ਫਾਇਰ, ਮੁਹਾਵਰੇ ਤੌਰ ਤੇ। ਸੋ ਇਹਨੂੰ ਇੱਦਾਂ ਕਹਾਂਗੇ ਯੂ ਆਰ ਐਡਵਾਈਜ਼ਡ, ਤੈਨੂੰ ਸਲਾਹ ਦਿੱਤੀ ਜਾਂਦੀ ਹੈ ਨੋਟ ਟੂ ਪਲੇ ਵਿਦ ਫਾਇਰ, ਕਿ ਅੱਗ ਦੇ ਨਾਲ ਨਾ ਖੇਡ। ਅੱਗੇ ਆ ਗਿਆ ਨੈਵਰ ਚੀਟ ਐਨੀ ਵਨ, ਕਦੇ ਵੀ ਕਿਸੇ ਨੂੰ ਧੋਖਾ ਨਾ ਦੇਵੋ। ਚੀਟ ਹੁੰਦਾ ਧੋਖਾ ਦੇਣਾ। ਸੋ ਇੱਕ ਤੇ ਸਿੰਪਲ ਇੱਦਾਂ ਲਿਖ ਸਕਦੇ ਹਾਂ ਯੂ ਆਰ ਐਡਵਾਈਜ਼ਡ ਨੈਵਰ ਟੂ ਚੀਟ ਐਨੀ ਵਨ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਦੀ ਕਿਸੇ ਨੂੰ ਵੀ ਧੋਖਾ ਨਾ ਦੇਵੋ। ਜਾਂ ਲੈਟ ਨੋ ਵਨ ਐਵਰ ਬੀ ਚੀਟਡ, ਇੱਦਾਂ ਵੀ ਲਿਖ ਸਕਦੇ ਹਾਂ, ਜਾਂ ਨੋ ਵਨ ਸ਼ੁੱਡ ਐਵਰ ਬੀ ਚੀਟਡ। ਸੋ ਐਨੀ ਵਨ ਦਾ ਬਣ ਜਾਏਗਾ ਨੋ ਵਨ ਤੇ ਨੈਵਰ ਦਾ ਬਣ ਜਾਏਗਾ ਐਵਰ। ਇਹ ਜਦੋਂ ਇੱਦਾਂ ਚੇਂਜ ਹੋਏਗਾ ਤੇ ਥੋੜੀ ਜਿਹੀ ਤਬਦੀਲੀ ਤੁਹਾਨੂੰ ਕਰਨੀ ਪਏਗੀ ਇੱਦਾਂ। ਠੀਕ ਹੈ, ਸੋ ਇਹਨੂੰ ਬੜੇ ਧਿਆਨ ਦੇ ਨਾਲ ਦੇਖੋ, ਇਸ ਚੀਜ਼ ਨੂੰ ਅਸੀਂ 3 ਢੰਗ ਦੇ ਨਾਲ ਲਿਖ ਸਕਦੇ ਹਾਂ। ਫਿਰ ਗੈਟ ਸਮ ਵਾਟਰ ਪਲੀਜ਼ ਅਰਥਾਤ ਕਿਰਪਾ ਕਰਕੇ ਥੋੜਾ ਜਿਹਾ ਪਾਣੀ ਲਿਆਓ। ਸੋ ਜਿੱਥੇ ਪਲੀਜ਼ ਆ ਜਾਏ ਅਸੀਂ ਬੜਾ ਸੌਖਾ, ਫਿਰ ਤੇ ਅਸੀਂ ਕਹਿੰਦੇ ਯੂ ਆਰ ਰਿਕੁਐਸਟਡ ਟੂ, ਇਹਦੇ ਮੋਰੇ ਜਿੰਨਾ ਪੂਰੀ ਲਿਖ ਕੇ ਤੇ ਪਲੀਜ਼ ਹਟਾ ਦੇਣਾ, ਯੂ ਆਰ ਰਿਕੁਐਸਟਡ ਟੂ ਗੈਟ ਸਮ ਵਾਟਰ, ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਥੋੜਾ ਜਿਹਾ ਪਾਣੀ ਲਿਆਉਣ ਲਈ। ਹਿੱਟ ਦਾ ਬਾਲ ਹਾਰਡ ਅਰਥਾਤ ਗੇਂਦ ਨੂੰ, ਖਿੱਦੋ ਨੂੰ ਖਿੱਚ ਕੇ ਮਾਰ। ਠੀਕ ਹੈ, ਸੋ ਲੈਟ ਦਾ ਬਾਲ ਬੀ ਹਿੱਟ ਹਾਰਡ, ਇਹਦਾ ਲਿਖ ਸਕਦੇ ਹਾਂ, ਜਾਂ ਦੀ ਬਾਲ ਸ਼ੁੱਡ ਬੀ ਹਿੱਟ ਹਾਰਡ। ਠੀਕ ਹੈ, ਫਿਰ ਬੀ ਕਰਟੀਅਸ ਟੂ ਅਦਰਸ ਅਰਥਾਤ ਦੂਜਿਆਂ ਨਾਲ ਤਮੀਜ਼ ਨਾਲ ਗੱਲ ਕਰੋ, ਅਰਥਾਤ ਸਾਊਪੁਣਾ ਦਿਖਾਓ ਜਾਂ ਸ਼ਿਸ਼ਟਾਚਾਰ ਦੇ ਨਾਲ ਗੱਲ ਕਰੋ। ਠੀਕ ਹੈ, ਇਹਦਾ ਮਤਲਬ ਹੈ ਬੀ ਕਰਟੀਅਸ, ਕਰਟੀਅਸ ਹੁੰਦਾ ਤਮੀਜ਼ ਵਾਲਾ, ਇੱਜ਼ਤ ਵਾਲਾ, ਮਤਲਬ ਕਿ ਬੋਲ ਬਾਣੀ ਨੂੰ ਬੜੇ ਠਰਮੇ ਦੇ ਨਾਲ ਮਿੱਠਾ ਬੋਲਣਾ ਜਾਂ ਇੱਜ਼ਤ ਦੇ ਨਾਲ ਦੂਜੇ ਨਾਲ ਵਰਤਾਅ ਕਰਨਾ, ਉਹਨੂੰ ਕਹਿੰਦੇ ਨੇ ਕਰਟਸੀ। ਤੇ ਜਿਹੜੇ ਬੰਦੇ 'ਚ ਗੁਣ ਹੁੰਦਾ ਉਹਨੂੰ ਕਹਿੰਦੇ ਕਰਟੀਅਸ। ਠੀਕ ਹੈ, ਸੋ ਯੂ ਆਰ ਐਡਵਾਈਜ਼ਡ ਟੂ ਬੀ ਕਰਟੀਅਸ ਟੂ ਅਦਰਸ, ਕਿਉਂਕਿ ਸਲਾਹ ਹੈਗੀ ਹੈ ਕੋਈ ਚੰਗੀ ਆਦਤ ਅਪਣਾਉਣ ਦੇ ਬਾਰੇ ਕਿਸੇ ਨੂੰ ਦਿੱਤੀ ਜਾਂਦੀ ਹੈ ਤੇ ਉਹਨੂੰ ਹਿਦਾਇਤ ਨਹੀਂ ਕਹਿ ਸਕਦੇ, ਇਹਨੂੰ ਐਡਵਾਈਸ ਕਹਾਂਗੇ, ਇਹਨੂੰ ਹੁਕਮ ਹੀ ਨਹੀਂ ਕੀਤਾ ਜਾ ਸਕਦਾ, ਸਲਾਹ ਵੀ ਕੀ ਜਾ ਸਕਦੀ। ਯੂ ਆਰ ਐਡਵਾਈਜ਼ਡ ਟੂ ਬੀ ਕਰਟੀਅਸ ਟੂ ਅਦਰਸ। ਹਾਂ, ਜੇ ਕੋਈ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਕਿਹਾ ਜਾ ਰਿਹਾ ਜਾਂ ਵੱਡਿਆਂ ਵੱਲੋਂ ਛੋਟੇ ਨੂੰ ਕਿਹਾ ਜਾ ਰਿਹਾ, ਫਿਰ ਅਸੀਂ ਯੂ ਆਰ ਆਰਡਰਡ ਵੀ ਕਹਿ ਸਕਦੇ ਹਾਂ, ਯੂ ਆਰ ਆਰਡਰਡ ਟੂ ਬੀ ਕਰਟੀਅਸ ਟੂ ਅਦਰਸ ਅਰਥਾਤ ਤੈਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਤੂੰ ਦੂਜਿਆਂ ਦੇ ਨਾਲ ਤਮੀਜ਼ ਦੇ ਨਾਲ ਗੱਲ ਕਰ। ਸੋ ਐਡਵਾਈਜ਼ ਦੀ ਜਗ੍ਹਾ ਆਰਡਰਡ ਵੀ ਚੱਲ ਜਾਏਗਾ। ਸੋ ਇਹ ਇੱਕ ਸੰਦਰਭ ਹੁੰਦਾ ਹੈ ਕਿ ਕੌਣ ਕਿਹਦੇ ਨਾਲ ਗੱਲ ਕਰ ਰਿਹਾ ਹੈ।
ठीक है, ਅੱਗੇ ਚਲੀਏ। ਪਲੇ ਦੀ ਮੈਚ ਫੇਅਰਲੀ, ਅਰਥਾਤ ਮੈਚ ਨੂੰ ਇਮਾਨਦਾਰੀ ਨਾਲ, ਫੇਅਰਲੀ ਹੁੰਦਾ ਜਿਹਦੇ ਵਿੱਚ ਝੂਠ ਫਰੇਬ ਛਲ ਕਪਟ ਨਹੀਂ ਕਰਨਾ, ਚੀਟਿੰਗ ਨਹੀਂ ਕਰਨੀ, ਹੈਰਾਫੇਰੀ। ਫੇਅਰਲੀ ਮਾਨੇ ਇਮਾਨਦਾਰੀ ਦੇ ਨਾਲ ਖੇਡੋ। ਸੋ ਲੈਟ ਦਾ ਮੈਚ ਬੀ ਪਲੇਡ ਫੇਅਰਲੀ, ਇੱਦਾਂ ਕਹਿ ਸਕਦੇ ਹਾਂ, ਜਾਂ ਦੀ ਮੈਚ ਸ਼ੁੱਡ ਬੀ ਪਲੇਡ ਫੇਅਰਲੀ। ਤੇ ਯੂ ਆਰ ਐਡਵਾਈਜ਼ਡ, ਕਿਉਂਕਿ ਸਲਾਹ ਹੈਗੀ ਹੈ, ਯੂ ਆਰ ਐਡਵਾਈਜ਼ਡ ਟੂ ਪਲੇ ਦਾ ਮੈਚ ਫੇਅਰਲੀ। ਠੀਕ ਹੈ। ਫਿਰ ਹੈ ਆਲਵੇਜ਼ ਮੇਕ ਨਿਊ ਫਰੈਂਡਸ, ਅਰਥਾਤ ਹਮੇਸ਼ਾ ਨਵੇਂ ਮਿੱਤਰ ਬਣਾਓ। ਸੋ ਲੈਟ ਨਿਊ ਫਰੈਂਡਸ ਆਲਵੇਜ਼ ਬੀ ਮੇਡ, ਜਾਂ ਅਸੀਂ ਕਹਿ ਸਕਦੇ ਹਾਂ ਨਿਊ ਫਰੈਂਡਸ ਸ਼ੁੱਡ ਆਲਵੇਜ਼ ਬੀ ਮੇਡ। ਮੇਕ ਵਰਬ ਹੈਗੀ ਹੈ, ਸੋ ਬੀ ਮੇਡ ਬਣ ਜਾਏਗਾ। ਫਿਰ ਆ ਜਾਏਗਾ ਟੇਕ ਆ ਬ੍ਰੇਕ ਨਾਓ, ਅਰਥਾਤ ਹੁਣ ਕੰਮ ਤੋਂ ਛੋਟੀ ਛੁੱਟੀ ਲੈ ਲਓ। ਆ ਬ੍ਰੇਕ ਹੁੰਦੀ ਥੋੜੀ ਜਿਹੀ ਛੁੱਟੀ, ਵਕਫਾ, 10 ਮਿੰਟ ਲਈ 15 ਮਿੰਟ ਲਈ ਅਸੀਂ ਕਹਿੰਦੇ ਬ੍ਰੇਕ ਲੈਣੀ ਹੈ। ਸੋ ਬ੍ਰੇਕ ਹੁੰਦਾ ਵੀ ਕੰਮ ਨੂੰ ਥੋੜੀ ਦੇਰ ਲਈ ਰੋਕਣਾ। ਟੇਕ ਅ ਬ੍ਰੇਕ ਨਾਓ, ਸੋ ਲੈਟ ਅ ਬ੍ਰੇਕ ਬੀ ਟੇਕਨ ਨਾਓ, ਅ ਬ੍ਰੇਕ ਸ਼ੁੱਡ ਬੀ ਟੇਕਨ ਨਾਓ। ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਕਿ ਟੇਕ ਅ ਬ੍ਰੇਕ ਨਾਓ, ਕੋਈ ਕੰਮ ਕਰ ਰਿਹਾ, ਉਹਦਾ ਬੌਸ ਕਹਿੰਦਾ ਹੈ, ਉਹਦਾ ਸੀਨੀਅਰ ਕਹਿੰਦਾ ਵੀ ਚਲੋ ਹੁਣ ਥੋੜੀ ਦੇਰ 10 ਮਿੰਟ ਦੀ ਬ੍ਰੇਕ ਲੈ ਲਓ। ਤੇ ਅਸੀਂ ਇਹਨੂੰ ਐਡਵਾਈਸ ਵਿੱਚ ਵੀ ਲੈ ਸਕਦੇ ਹਾਂ, ਯੂ ਆਰ ਐਡਵਾਈਜ਼ਡ ਟੂ ਟੇਕ ਅ ਬ੍ਰੇਕ ਨਾਓ। ਸੋ ਇਹ ਵੀ ਲਿਖ ਸਕਦੇ ਹਾਂ, ਇੱਥੇ ਮੈਂ ਨਹੀਂ ਲਿਖਿਆ, ਤੁਸੀਂ ਜੋੜ ਲਓ, ਤੁਹਾਡਾ ਹੋਮਵਰਕ ਹੋ ਗਿਆ। ਯੂ ਆਰ ਐਡਵਾਈਜ਼ਡ, ਜਿੱਦਾਂ ਇਹ ਲਿਖ ਕੇ ਯੂ ਆਰ ਐਡਵਾਈਜ਼ਡ ਟੂ ਟੇਕ ਅ ਬ੍ਰੇਕ ਨਾਓ, ਯੂ ਆਰ ਐਡਵਾਈਜ਼ਡ ਟੂ ਟੇਕ ਅ ਬ੍ਰੇਕ ਨਾਓ, ਉਹ ਵੀ ਠੀਕ ਮੰਨਿਆ ਜਾਏਗਾ। ਅਗਲੀ ਆ ਗਈ ਐਕਸਰਸਾਈਜ਼ ਨੰਬਰ 15। ਇਹਦੇ ਵਿੱਚ ਬੱਚਿਓ ਜ਼ਿਆਦਾਤਰ ਉਹ ਸੈਂਟੈਂਸਸ ਨੇ ਜਿਹਦੇ ਵਿੱਚ ਬਾਏ ਨਹੀਂ ਵਰਤਿਆ ਜਾਂਦਾ। ਜਿਹੜਾ ਅਸੀਂ ਸਬਜੈਕਟ ਦੇ ਨਾਲ, ਸਬਜੈਕਟ ਤੋਂ ਪਹਿਲੇ ਬਾਏ ਵਰਤਦੇ ਹਾਂ ਨਾ, ਜਿੱਦਾਂ he sings a song is sung by him, by। ਸੋ ਇੱਥੇ ਬਾਏ ਨਹੀਂ ਹੈ, ਇੱਥੇ ਅਸੀਂ ਟੂ ਕਿਤੇ ਵਰਤਾਂਗੇ, ਕਿਤੇ ਵਿਦ ਵਰਤਾਂਗੇ, ਕਿਤੇ ਐਟ ਵਰਤਾਂਗੇ, ਕਿਤੇ ਇਨ ਵਰਤਾਂਗੇ। ਸੋ ਇਹ ਸਪੈਸ਼ਲ ਸੈਂਟੈਂਸਸ ਨੇ, ਇਹਨਾਂ ਨੂੰ ਤੁਹਾਨੂੰ ਚੇਤੇ ਕਰਨਾ ਪਏਗਾ, ਜਾਂ ਇਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਦਿਸ ਨਿਊਜ਼ ਸਰਪ੍ਰਾਈਜ਼ਸ ਮੀ, ਅਰਥਾਤ ਇਹ ਖਬਰ ਮੈਨੂੰ ਹੈਰਾਨ ਕਰਦੀ ਹੈ। ਸੋ ਇੱਧਰ ਲਿਖਾਵਾਂਗੇ ਸਰਪ੍ਰਾਈਜ਼ਸ ਤੇ ਬਣ ਜਾਏਗਾ ਸਰਪ੍ਰਾਈਜ਼ਡ। ਸੋ ਆਈ ਐਮ ਸਰਪ੍ਰਾਈਜ਼ਡ, ਕਿਉਂਕਿ ਪਾਸਟ ਪ੍ਰੈਜ਼ੈਂਟ ਟੈਂਸ ਹੈਗਾ। ਸੋ ਆਈ ਐਮ ਸਰਪ੍ਰਾਈਜ਼ਡ ਬਾਈ ਨਹੀਂ ਕਹਾਂਗੇ, ਐਟ ਦਿਸ ਨਿਊਜ਼, ਐਟ ਦਿਸ ਨਿਊਜ਼, ਇਸ ਖਬਰ ਤੋਂ ਮੈਂ ਹੈਰਾਨ ਹਾਂ। ਹੀ ਡਜ਼ ਨਾਟ ਨੋ ਦੀ ਆਂਸਰ, ਜਿੱਥੇ ਨੋ ਆਏ ਉੱਥੇ ਟੂ ਆਉਂਦਾ ਹੈ। ਸੋ he does not know the answer, the answer does not know ਦਾ ਬਣ ਜਾਏਗਾ is not known। ਠੀਕ ਹੈ, no ਦਾ known ਬਣ ਗਿਆ, ਕਿਉਂਕਿ does not ਹੈਗਾ ਤਾਂ is not ਬਣ ਜਾਏਗਾ। ਸੋ the answer is not known to he ਦਾ ਬਣ ਜਾਏਗਾ him, by him ਨਹੀਂ ਆਏਗਾ, to him। ਠੀਕ ਹੈ। the audience thronged the hall, audience ਮਾਨੇ ਦਰਸ਼ਕ, thronged ਮਾਨੇ ਖਚਾ ਖਚ ਭਰਨਾ, ਹਾਲ ਨੂੰ ਖਚਾ ਖਚ ਭਰ ਦਿੱਤਾ ਕਿਹਨਾਂ ਨੇ, ਦਰਸ਼ਕਾਂ ਨੇ। ਸੋ ਦੀ ਹਾਲ ਵਾਜ਼ thronged with the audience, ਸੋ throng ਦੇ ਨਾਲ with ਵਰਤਦੇ ਹਾਂ, by ਨਹੀਂ ਵਰਤਦੇ, no ਦੇ ਨਾਲ to ਵਰਤਦੇ ਹਾਂ, ਸਰਪ੍ਰਾਈਜ਼ ਦੇ ਨਾਲ ਜ਼ਿਆਦਾਤਰ at ਵਰਤਦੇ ਹਾਂ। the students lined the field, ਅਰਥਾਤ ਜਿਹੜੇ ਵਿਦਿਆਰਥੀ ਸੀ ਉਹ ਖੇਤ ਦੇ ਚਾਰ ਚੁਫੇਰੇ ਉਹਨਾਂ ਨੇ ਜਿੱਦਾਂ ਲਾਈਨ ਬਣਾਤੀ, ਕਤਾਰ ਬਣਾਤੀ। ਸੋ ਦੀ ਫੀਲਡ ਵਾਜ਼ ਲਾਈਨਡ ਵਿਦ ਦੀ ਸਟੂਡੈਂਟਸ, ਲਾਈਨ ਦੇ ਨਾਲ ਵੀ ਵਿਦ ਆਉਂਦਾ ਹੈ, ਥਰੋਂਗ ਦੇ ਨਾਲ ਵੀ ਵਿਦ ਆਉਂਦਾ ਹੈ। ਦਿਸ ਫੀਲਡ ਵਾਜ਼ ਲਾਈਨਡ ਵਿਦ ਦੀ ਸਟੂਡੈਂਟਸ। ਦੀ ਫੀਲਡ ਲਾਈਨ ਦਾ, ਤੇ ਇਹ ਦੇਖੋ ਦੀ ਲਾਈਨਡ ਕਿਉਂਕਿ ਇਹ ਪਾਸਟ ਟੈਂਸ ਹੈਗਾ, ਸੋ ਵਾਜ਼ ਲਾਈਨਡ। ਦੀ ਫੀਲਡ ਇੱਕ ਵਚਨ ਹੈਗਾ, ਦੀ ਫੀਲਡ ਵਾਜ਼ ਲਾਈਨਡ ਵਿਦ ਦੀ ਸਟੂਡੈਂਟਸ। ਠੀਕ ਹੈ। ਦਿਸ ਜੱਗ ਕੰਟੇਨਸ ਮਿਲਕ, ਇਸ ਜੱਗ ਵਿੱਚ ਦੁੱਧ ਹੈ। ਇਹਨੂੰ ਕਿੱਦਾਂ ਕਹਾਂਗੇ, ਕੰਟੇਨਸ ਦਾ ਬਣ ਜਾਏਗਾ ਇਜ਼ ਕੰਟੇਨਡ, ਕਿਉਂਕਿ ਪ੍ਰੈਜ਼ੈਂਟ ਟੈਂਸ ਹੈ, ਕੰਟੇਨਸ ਇਜ਼ ਕੰਟੇਨਡ, ਤੇ ਬਣ ਜਾਏਗਾ ਮਿਲਕ ਦਾ ਇੱਥੇ ਆਏਗਾ ਮਿਲਕ, ਤੇ ਬਾਏ ਨਹੀਂ ਵਰਤਾਂਗੇ, ਇੱਥੇ ਵਰਤਾਂਗੇ ਇਨ ਦਿਸ ਜੱਗ। ਜਿੱਥੇ ਕੋਈ ਕੰਟੇਨਰ ਹੋਵੇ, ਕੋਈ ਬੈਗ ਹੋਵੇ, ਕੋਈ ਬੋਰੀ ਹੋਵੇ, ਕੋਈ ਡੱਬਾ ਹੋਵੇ, ਤੇ ਉਹਦੇ ਵਿੱਚ ਪਈ ਵਸਤੂ ਦੀ ਗੱਲ ਕਰਨੀ ਹੋਵੇ ਤੇ ਅਸੀਂ ਵਰਤਦੇ ਹਾਂ ਇਨ। ਸੋ ਮਿਲਕ ਇਜ਼ ਕੰਟੇਨਡ ਇਨ ਦਿਸ ਜੱਗ। ਜੂਸ ਵੀ ਲਿਖ ਸਕਦੇ ਹਾਂ, ਜੂਸ ਇਜ਼ ਕੰਟੇਨਡ ਇਨ ਦਿਸ ਮਿਲਕ। ਵਾਟਰ ਵੀ ਲਿਖ ਸਕਦੇ ਹਾਂ, ਵਾਟਰ ਇਜ਼ ਕੰਟੇਨਡ ਇਨ ਦਿਸ ਮਿਲਕ, ਇਹ ਜੱਗ। ਜਾਂ ਇੱਥੇ ਲੱਸੀ ਵੀ ਹੋ ਸਕਦੀ ਹੈ, ਲੱਸੀ ਇਜ਼ ਕੰਟੇਨਡ ਇਨ ਦਿਸ ਗਲਾਸ। ਠੀਕ ਹੈ, ਜਗ ਦੀ ਗਲਾਸ ਵੀ ਹੋ ਸਕਦਾ ਹੈ। ਅੱਗੇ ਚਲੀਏ, ਹੁਣ ਬੈਗ ਦਾ ਆ ਗਿਆ। ਹਿਜ਼ ਬੈਗ ਕੰਟੇਨਸ ਮੈਨੀ ਬੁੱਕਸ, ਅਰਥਾਤ ਉਹਦੇ ਬੈਗ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ। ਸੋ ਕੰਟੇਨਸ ਦਾ, ਕਿਉਂਕਿ ਬੁੱਕਸ ਹੈਗਾ ਇਸ ਕਰਕੇ ਆਰ ਆਏਗਾ, ਤੇ ਕੰਟੇਨਸ ਦਾ ਬਣ ਗਿਆ ਕੰਟੇਨਡ, ਤੇ ਫਿਰ ਆ ਗਿਆ ਮੈਨੀ ਬੁੱਕਸ ਆਰ ਕੰਟੇਨਡ, ਤੇ ਹਿਜ਼ ਬੈਗ, ਤੇ ਹਿਜ਼ ਬੈਗ ਤੋਂ ਪਹਿਲੇ ਲੱਗ ਜਾਏਗਾ ਇਨ। ਆਮ ਤੌਰ ਤੇ ਅਸੀਂ ਬਾਏ ਲਗਾਉਂਦੇ ਹਾਂ, ਪਰ ਇੱਥੇ
ਇਹ ਖਾਸ ਹੈਗੇ ਨੇ ਜਿਨ੍ਹਾਂ ਵਿੱਚ ਇਨ ਵਿਦ ਐਟ ਵਗੈਰਾ ਲੱਗਦੇ ਨੇ। ਮੈਨੀ ਬੁੱਕਸ ਆਰ ਕੰਟੇਨਡ ਇਨ ਹਿਜ਼ ਬੈਗ। ਦੀ ਵਾਰਨਿੰਗ ਬੈਲਸ ਅਲਾਰਮਡ ਦੀ ਥੀਵਸ। ਅਲਾਰਮਡ ਹੁੰਦਾ ਆਪਣਾ ਤਰਵਕ ਜਾਣਾ, ਇੱਕੋਦਮ ਝੰਜੋੜੇ ਜਾਣਾ। ਸੋ ਦੀ ਵਾਰਨਿੰਗ ਬੈਲਸ ਹੁੰਦੀਆਂ ਜਿਹੜੀਆਂ ਖਤਰੇ ਦੀ ਘੰਟੀਆਂ ਵੱਜਣ ਵਾਲੀ ਹੁੰਦੀਆਂ। ਸੋ ਥੀਵਸ ਮੈਨੇ ਚੋਰ, ਇਹਦਾ ਬਣ ਜਾਏਗਾ ਅਲਾਰਮ ਦਾ ਬਣ ਜਾਏਗਾ ਵਰ ਅਲਾਰਮਡ। ਦੀ ਥੀਵਸ ਵਰ ਅਲਾਰਮਡ ਐਟ, ਜਿੱਥੇ ਅਲਾਰਮਡ ਆ ਜਾਏ, ਸਰਪ੍ਰਾਈਜ਼ ਆ ਜਾਏ, ਜ਼ਿਆਦਾਤਰ ਐਟ ਵਰਤਦੇ ਆ, ਐਟ ਦੀ ਵਾਰਨਿੰਗ ਬੈਲਸ। ਹਿਜ਼ ਮੈਨਰਸ ਇੰਪ੍ਰੈਸਡ ਹਿਜ਼ ਫਿਆਂਸੀ ਹੁੰਦੀ ਮੰਗੇਤਰ, ਜਿਹਦੇ ਨਾਲ ਮੰਗਣੀ ਹੋਈ ਹੋਵੇ, ਜਿਹਦੇ ਨਾਲ ਵਿਆਹ ਹੋਣ ਵਾਲਾ ਹੋਵੇ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਫਿਆਂਸੀ। ਸੋ ਹਿਜ਼ ਮੈਨਰਸ ਮੈਨੇ ਉਹਦਾ ਜੋ ਵਰਤਾਰਾ ਸੀਗਾ, ਉਹਦੀ ਜੋ ਜਿੱਦਾਂ ਦਾ ਚਾਲ ਢਾਲ ਸੀ, ਇੰਪ੍ਰੈਸ ਮੈਨੇ ਉਹਨੂੰ ਪ੍ਰਭਾਵਿਤ ਕੀਤਾ, ਉੱਥੇ ਚੰਗਾ ਪ੍ਰਭਾਵ ਪਾਇਆ। ਸੋ ਇੰਪ੍ਰੈਸ ਦਾ ਬਣ ਜਾਏਗਾ ਵਾਜ਼ ਇੰਪ੍ਰੈਸਡ, ਤੇ ਸਰਪ੍ਰਾਈਜ਼ ਇੰਪ੍ਰੈਸ ਦੇ ਨਾਲ ਜ਼ਿਆਦਾ ਅਸੀਂ ਵਿਦ ਵਰਤਦੇ ਹਾਂ। ਹਿਜ਼ ਫਿਆਂਸੀ ਵਾਜ਼ ਇੰਪ੍ਰੈਸਡ ਵਿਦ ਹਿਜ਼ ਮੈਨਰਸ, ਠੀਕ ਹੈ। ਅੱਗੇ ਚਲੀਏ। ਦੀ ਸਾਈਟ ਆਫ ਅ ਲਾਇਨ ਫਰਾਈਟਨਡ ਦਾ ਚਾਈਲਡ। ਫਰਾਈਟਨ ਮੈਨੇ ਡਰਾਉਣਾ, ਫਰਾਈਟਨ ਮੈਨੇ ਡਰਾਇਆ। ਦੀ ਚਾਈਲਡ ਬੱਚੇ ਨੂੰ, ਇੱਕ ਸ਼ੇਰ ਦੀ ਸਾਈਟ ਮੈਨੇ ਨਜ਼ਰ ਹੀ ਪੈਣਾ, ਸਾਈਟ ਮੈਨੇ ਇੱਕ ਸ਼ੇਰ ਦਾ ਦ੍ਰਿਸ਼ ਜਿਹੜਾ ਸੀ ਉਹਨੂੰ ਸ਼ੇਰ ਨਜ਼ਰ ਆਇਆ। ਦੀ ਸਾਈਟ ਆਫ ਅ ਲਾਇਨ ਅਰਥਾਤ ਜਦੋਂ ਸ਼ੇਰ ਨਜ਼ਰ ਹੀ ਪਿਆ ਤੇ ਉਹਨੇ ਬੱਚੇ ਨੂੰ ਡਰਾ ਦਿੱਤਾ। ਸੋ ਫਰਾਈਟਨਡ ਮੈਨੇ ਕੀ ਹੈਗਾ, ਪਾਸਟ ਟੈਂਸ ਹੈਗਾ, ਸੋ ਬਣ ਜਾਏਗਾ ਵਾਜ਼ ਫਰਾਈਟਨਡ। ਵਾਜ਼ ਕਿਉਂ ਹੈ, ਕਿਉਂਕਿ ਚਾਈਲਡ ਇੱਕ ਵਚਨ ਹੈਗਾ, ਇੱਕ ਬੱਚੇ ਦੀ ਗੱਲ ਹੈ। ਸੋ ਦੀ ਚਾਈਲਡ ਵਾਜ਼ ਫਰਾਈਟਨਡ। ਜੇ ਇੱਥੇ ਚਿਲਡਰਨ ਹੁੰਦਾ ਫਿਰ ਆਣਾ ਸੀ ਵਰ, ਦੀ ਚਿਲਡਰਨ ਵਰ ਫਰਾਈਟਨਡ, ਕਿਉਂਕਿ ਦੀ ਚਾਈਲਡ ਹੈਗਾ ਇੱਕ ਬੱਚਾ ਹੈ, ਸੋ ਵਾਜ਼ ਫਰਾਈਟਨਡ। ਦੀ ਚਾਈਲਡ ਵਾਜ਼ ਫਰਾਈਟਨਡ। ਫਰਾਈਟਨਡ ਦੇ ਉੱਤੇ ਵੀ ਅਸੀਂ ਜ਼ਿਆਦਾਤਰ ਫਰਾਈਟਨਡ ਤੋਂ ਬਾਅਦ ਐਟ ਵਰਤਦੇ ਹਾਂ, ਬਾਈ ਨਹੀਂ ਵਰਤਦੇ। ਦੀ ਚਾਈਲਡ ਵਾਜ਼ ਫਰਾਈਟਨਡ ਐਟ ਦੀ ਸਾਈਟ ਆਫ ਅ ਲਾਇਨ, ਠੀਕ ਹੈ। ਹਰ ਰੂਡ ਬਿਹੇਵੀਅਰ ਸਰਪ੍ਰਾਈਜ਼ਡ ਹਰ ਪੇਰੈਂਟਸ, ਅਰਥਾਤ ਉਸਦਾ ਬਦਤਮੀਜ਼ੀ ਵਾਲਾ ਰਵੱਈਆ, ਬਦਤਮੀਜ਼ੀ ਵਾਲਾ ਰੁੱਖਾ, ਰੁੱਡ ਮੈਨੇ ਹੁੰਦਾ ਬੇਰੁੱਖਾ, ਬਦਤਮੀਜ਼ੀ ਵਾਲਾ ਵਰਤਾਰਾ, ਸਰਪ੍ਰਾਈਜ਼ ਹਰ ਪੇਰੈਂਟਸ ਨੇ ਉਹਦੇ ਮਾਪਿਆਂ ਨੂੰ ਹੈਰਾਨ ਕੀਤਾ। ਉਹਦੇ ਮਾਪੇ ਉਹਦੇ ਇਸ ਵਤੀਰੇ ਤੋਂ ਬੜੇ ਹੈਰਾਨ ਹੋਏ। ਸੋ ਪੇਰੈਂਟਸ ਵਰ ਸਰਪ੍ਰਾਈਜ਼ਡ ਐਟ ਹਰ ਰੂਡ ਬਿਹੇਵੀਅਰ। ਸਰਪ੍ਰਾਈਜ਼ ਦਾ ਬਣ ਜਾਏਗਾ, ਕਿਉਂਕਿ ਸਰਪ੍ਰਾਈਜ਼ਡ ਹੈ ਤਾਂ ਇੱਥੇ ਵਾਜ਼ ਜਾਂ ਵਰ ਆਏਗਾ, ਪਰ ਪੇਰੈਂਟਸ ਹੈਗਾ, ਪੇਰੈਂਟਸ ਬਹੁਵਚਨ ਹੈ, ਸੋ ਪੇਰੈਂਟਸ ਵਰ ਆ ਜਾਏਗਾ। ਪੇਰੈਂਟਸ ਵਰ ਸਰਪ੍ਰਾਈਜ਼ਡ ਐਟ, ਸਰਪ੍ਰਾਈਜ਼ ਤੋਂ ਬਾਅਦ ਐਟ ਆਉਂਦਾ ਹੈ, ਅਲਾਰਮ ਤੋਂ ਬਾਅਦ ਐਟ ਆਉਂਦਾ ਜ਼ਿਆਦਾਤਰ, ਐਟ ਹਰ ਰੂਡ ਬਿਹੇਵੀਅਰ, ਹਰ ਰੂਡ ਬਿਹੇਵੀਅਰ। ਅਗਲੀ ਐਕਸਰਸਾਈਜ਼, ਜਦੋਂ ਬੱਚੇ ਇੱਦਾਂ ਆ ਜਾਏ ਟੂ, ਇਹਨੂੰ ਕਹਿੰਦੇ ਇਨਫਿਨਿਟਿਵ ਵਿਦ ਟੂ ਤੇ ਬਾਅਦ ਫਸਟ ਵਰਬ ਹੈਗੀ ਹੈ, ਇਹ ਫਸਟ ਫਾਰਮ ਆਫ ਵਰਬ ਹੁੰਦੀ ਹੈ, ਇਹਨੂੰ ਕਹਿੰਦੇ ਟੂ ਪਲੱਸ ਇਨਫਿਨਿਟਿਵ, ਠੀਕ ਹੈ। ਜਦੋਂ ਇੱਦਾਂ ਆ ਜਾਏ ਤੇ ਜ਼ਿਆਦਾਤਰ ਮੋਸਟ ਆਫ ਦਾ ਕੇਸਿਸ, ਇੱਕ ਅੱਧਾ ਕੋਈ ਐਕਸੈਪਸ਼ਨ ਆਏਗੀ, ਟੂ ਬੀ ਵਨ, ਟੂ ਤੋਂ ਬਾਅਦ ਬੀ ਲਗਾਉਣਾ ਹੈ, ਬੀ ਈ, ਤੇ ਇਹਦੀ ਥਰਡ ਫਾਰਮ ਲਗਾ ਲੈਣੀ ਹੈ, ਠੀਕ ਹੈ। ਉਹਨੂੰ ਧਿਆਨ 'ਚ ਰੱਖਣਾ ਹੈ ਤੇ ਫਿਰ ਸੈਂਟੈਂਸ ਬਣਾਉਣਾ ਸੌਖਾ ਹੋ ਜਾਏਗਾ। ਆਈ ਐਮ ਸ਼ੋਰ ਟੂ ਵਿਨ ਦਾ ਪ੍ਰਾਈਜ਼, ਅਰਥਾਤ ਮੈਨੂੰ ਇਨਾਮ ਜਿੱਤਣ ਦਾ ਪੂਰਾ ਯਕੀਨ ਹੈ। ਸੋ ਇਹ ਇੱਧਰ ਲਿਖਾਂਗੇ ਆਈ ਐਮ ਸ਼ੋਰ ਫॉर ਦੀ ਪ੍ਰਾਈਜ਼। ਟੂ ਵਿਨ ਦਾ ਹੈਗਾ ਟੂ ਬੀ ਵਨ। ਤੁਸੀਂ ਇਹ ਦਿਮਾਗ 'ਚ ਰੱਖਣਾ ਕਿ ਟੂ ਵਿਨ ਨੂੰ ਮੈਂ ਟੂ ਬੀ ਵਨ ਕਰਨਾ ਹੈ। ਸੋ ਟੂ ਬੀ ਵਨ ਜਿਹੜੇ ਹੋਏਗਾ ਕਰਨ ਲਈ ਮੈਨੂੰ ਇਹ ਕਰਨਾ ਪਏਗਾ, ਆਈ ਐਮ ਸ਼ੋਰ ਫॉर ਦੀ ਪ੍ਰਾਈਜ਼ ਟੂ ਬੀ ਵਨ। ਬੱਚਿਓ ਇਹ ਸਪੈਸ਼ਲ ਸੈਂਟੈਂਸਿਸ ਨੇ, ਸੋ ਇਹਨਾਂ ਨੂੰ ਵੈਸੇ ਮੈਂ ਜ਼ਿਆਦਾਤਰ ਕਹਿੰਦਾ ਰੱਟਾ ਨਹੀਂ ਲਾਣਾ ਚਾਹੀਦਾ, ਪਰ ਕੁਝ ਚੀਜ਼ਾਂ ਨੂੰ ਰੱਟਾ ਲਾਣਾ ਹੀ ਪੈਂਦਾ ਹੈ ਤਾਂ ਕਿ ਤੁਹਾਡੇ ਮੂੰਹ ਚੜ ਜਾਣਗੇ, ਤੁਹਾਨੂੰ ਇਹ ਪੱਕੇ ਹੋ ਜਾਣਗੇ। ਤੇ ਇਹ ਕੁਝ ਸਪੈਸ਼ਲ ਟਿਪੀਕਲ ਸੈਂਟੈਂਸਿਸ ਨੇ ਜਿਨ੍ਹਾਂ ਵਿੱਚ ਮਤਲਬ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਦਾਂ ਫਲਾਨਾ ਸਿੱਧਾ ਪੱਧਰਾ ਅਸੂਲ ਜਿੱਦਾਂ ਪ੍ਰੈਜ਼ੈਂਟ ਟੈਂਸ ਦਾ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦਾ ਯੂਜ਼ ਹੁੰਦਾ ਹੈ, ਇਹ 'ਚ ਥੋੜ੍ਹਾ ਬਹੁਤ ਤੁਹਾਨੂੰ ਚੀਜ਼ਾਂ ਨੂੰ ਖਿਆਲ ਰੱਖਣਾ ਪਏਗਾ। ਸੋ ਆਈ ਐਮ ਸ਼ੋਰ ਫॉर ਦਾ ਪ੍ਰਾਈਜ਼ ਟੂ ਬੀ ਵਿਨ। ਪਰ ਜਦੋਂ ਤੁਸੀਂ ਇਹ 10 ਸੈਂਟੈਂਸ ਕਰ ਲੋਗੇ, ਕਾਫੀ ਸਾਰੀ ਐਕਸਰਸਾਈਜ਼ ਕਰ ਲੋਗੇ, ਤੇ ਫਿਰ ਤੁਹਾਡਾ ਬਹੁਤ ਸਾਰਾ ਤਜਰਬਾ ਹੋ ਜਾਏਗਾ ਤੇ ਤੁਹਾਨੂੰ ਆਟੋਮੈਟਿਕਲੀ ਆਈਡੀਆ ਲੱਗਣਾ ਸ਼ੁਰੂ ਹੋ ਜਾਏਗਾ। ਦੀ ਜੱਜਿਸ ਹੈਡ ਟੂ ਪ੍ਰੇਜ਼ ਹਿਮ, ਅਰਥਾਤ ਜਿਹੜੇ ਜੱਜ ਸੀਗੇ ਉਹਨਾਂ ਨੂੰ ਉਹਦੀ ਸਿਫਤ ਕਰਨੀ ਪਈ, ਠੀਕ ਹੈ। ਹੁਣ ਬੱਚਿਓ ਟੂ ਪ੍ਰੇਜ਼ ਦਾ ਬਣਨਾ ਹੈ ਟੂ ਬੀ ਪ੍ਰੇਜ਼ਡ, ਤੇ ਹੈਡ ਟੂ ਪ੍ਰੇਜ਼ ਦਾ ਬਣ ਜਾਏਗਾ ਹੈਡ ਟੂ ਬੀ ਪ੍ਰੇਜ਼ਡ। ਸੋ ਹਿਮ ਹੈਗਾ, ਸੋ ਆ ਜਾਏਗਾ ਹੀ ਹੈਡ ਟੂ ਬੀ ਪ੍ਰੇਜ਼ਡ ਬਾਈ ਦੀ ਜੱਜਿਸ। ਇਹ ਤਾਂ ਸੌਖਾ ਹੀ ਹੈ, ਕਿਉਂਕਿ ਹੈਡ ਟੂ ਪ੍ਰੇਜ਼ ਦਾ ਬਣ ਜਾਏਗਾ ਹੈਡ ਟੂ ਬੀ ਪ੍ਰੇਜ਼ਡ। ਹਿਮ ਦਾ ਬਣ ਜਾਏਗਾ ਹੀ, ਤੇ ਫਿਰ ਹੈਗਾ ਦੀ ਜੱਜਿਸ ਤੋਂ ਪਹਿਲੇ ਲੱਗ ਜਾਏ ਬਾਈ ਦੀ ਜੱਜਿਸ, ਠੀਕ ਹੈ। ਅੱਗੇ ਚਲਿਏ। ਯੂ ਵਿਲ ਹੈਵ ਟੂ ਹੈਲਪ ਹਿਮ।
ਹੁਣ ਟੂ ਹੈਲਪ ਦਾ ਬਣ ਜਾਏਗਾ ਟੂ ਬੀ ਹੈਲਪਡ, ਤੇ ਵਿਲ ਹੈਵ ਟੂ ਹੈਲਪ ਦਾ ਬਣ ਜਾਏਗਾ ਵਿਲ ਹੈਵ ਟੂ ਬੀ ਹੈਲਪਡ। ਹੁਣ ਦੇਖੋ ਇਹ ਸਾਰਾ ਬੜਾ ਸੌਖਾ ਹੈ, ਇਹ ਪੂਰੀ ਵਰਬ ਹੈ, ਵਿਲ ਹੈਵ ਟੂ ਬੀ ਹੈਲਪਡ। ਹੀ ਹਿਮ ਦਾ ਬਣ ਜਾਏਗਾ ਹੀ, ਸੋ ਹੀ ਵਿਲ ਹੈਵ ਟੂ ਬੀ ਹੈਲਪਡ, ਤੇ ਯੂ ਤੋਂ ਪਹਿਲੇ ਬਾਏ ਯੂ। ਅੱਗੇ ਚਲੀਏ, he had to recommend my work। ਹੁਣ to recommend ਬਣ ਜਾਏਗਾ to be recommended, had to recommend ਬਣ ਜਾਏਗਾ had to be recommended। ਸੋ ਇੱਥੋਂ ਦੀ ਲੈ ਕੇ ਇੱਥੇ ਤੱਕ ਪੂਰੀ ਵਰਬ ਹੈ had to recommend, ਤੇ ਇੱਥੇ ਬਚਿਆ my work, my work ਬਣ ਗਿਆ ਤੁਹਾਡਾ ਆਬਜੈਕਟ, ਸੋ ਇੱਥੇ ਆ ਗਿਆ my work, ਤੇ ਵਰਬ ਚੇਂਜ ਹੋ ਗਈ ਐਕਟਿਵ ਟੂ ਪੈਸਿਵ, had to be recommended, ਤੇ he ਦਾ ਬਣ ਗਿਆ him, ਤੇ ਮੋਰੇ ਲੱਗ ਜਾਏਗਾ by him। ਇਸ ਤਰ੍ਹਾਂ ਬੱਚੋ ਸਟੈਪ ਬਾय ਸਟੈਪ ਧਿਆਨ ਰੱਖਣਾ ਹੈ ਵਰਬ ਦੇ ਉੱਤੇ, ਅਸੀਂ ਵਰਬ ਨੂੰ ਚੇਂਜ ਕਰਨਾ ਹੈ। ਸੋ ਵਿਲ ਆਈ ਹੈਵ ਟੂ ਡਰਿੰਕ ਦੀ ਇੰਟਾਇਰ ਮਿਲਕ, ਕੀ ਮੈਨੂੰ ਇਹ ਸਾਰਾ ਦੁੱਧ ਪੀਣਾ ਪਏਗਾ, ਠੀਕ ਹੈ ਨਾ। ਸੋ ਟੂ ਡਰਿੰਕ ਦਾ ਬਣ ਜਾਏਗਾ ਟੂ ਬੀ ਡਰੰਕ, ਕਿਉਂਕਿ ਵਿਲ ਕੁਐਸਚਨ ਹੈਗਾ, ਸੋ ਵਿਲ ਤੇ ਪਹਿਲੇ ਆਣਾ ਹੀ ਆਣਾ ਹੈ। ਸੋ ਪਹਿਲੇ ਕੁਐਸਚਨ ਲਿਖ ਕੇ ਫਿਰ ਸਬਜੈਕਟ ਲਿਖਣਾ ਹੈ, ਵਿਲ ਦੀ ਇੰਟਾਇਰ ਮਿਲਕ, ਹੈਵ ਟੂ ਡਰਿੰਕ ਤੇ ਬਣ ਜਾਏਗਾ ਹੈਵ ਟੂ ਬੀ ਡਰੰਕ, ਤੇ ਆਈ ਹੈਗਾ, ਆਈ ਦੇ ਮੋਰੇ ਲੱਗੇਗਾ ਬੀ ਬਾਏ, ਤੇ ਫਿਰ ਆ ਜਾਏਗਾ ਮੀ। ਸੋ ਵਿਲ ਦੀ ਇੰਟਾਇਰ ਮਿਲਕ ਹੈਵ ਟੂ ਬੀ ਡਰੰਕ ਬਾਏ ਮੀ। ਅੱਗੇ ਚਲੀਏ, ਡਾਕਟਰਸ ਹੈਵ ਟੂ ਅਟੈਂਡ ਹਿਮ ਰੈਗੂਲਰਲੀ, ਅਰਥਾਤ ਡਾਕਟਰਾਂ ਨੂੰ ਉਹਦੀ ਨੇਮ ਦੇ ਨਾਲ ਦੇਖ ਰੇਖ ਨਿਗਰਾਨੀ ਕਰਨੀ ਪਏਗੀ, ਹੈਵ ਟੂ ਅਟੈਂਡ, ਠੀਕ ਹੈ। ਹੁਣ ਬੱਚੋ ਟੂ ਅਟੈਂਡ ਦਾ ਬਣ ਜਾਏਗਾ ਟੂ ਬੀ ਅਟੈਂਡਡ, ਤੇ ਹੈਵ ਟੂ ਅਟੈਂਡ ਦਾ ਬਣੇਗਾ ਜਾਂ ਤੇ ਬਣੇਗਾ ਹੈਜ਼ ਟੂ ਬੀ ਅਟੈਂਡਡ ਜਾਂ ਹੈਵ ਟੂ ਬੀ ਅਟੈਂਡਡ। ਜੇ ਸਿੰਗੂਲਰ ਹੈ ਹੈਜ਼ ਟੂ ਬੀ ਅਟੈਂਡਡ, ਤੇ ਜੇ ਪਲੂਰਲ ਹੈ ਫਿਰ ਹੈਵ ਟੂ ਬੀ ਅਟੈਂਡਡ। ਹੁਣ ਹਿਮ ਸਿੰਗੂਲਰ ਹੈਗਾ, ਸੋ ਇਹ ਬਣ ਜਾਏਗਾ, ਇੱਥੇ ਤੇ ਬਣ ਗਿਆ ਟੂ ਬੀ ਅਟੈਂਡਡ, ਸੋ ਹਿਮ ਦਾ ਬਣ ਜਾਏਗਾ ਹੀ, ਇਸ ਕਰਕੇ ਹੈਜ਼ ਆ ਜਾਏਗਾ, ਹੀ ਹੈਜ਼ ਟੂ ਬੀ ਅਟੈਂਡਡ ਰੈਗੂਲਰਲੀ, ਤੇ ਡਾਕਟਰਸ ਦੇ ਮੋਰੇ ਲੱਗ ਜਾਏਗਾ ਬਾਏ ਡਾਕਟਰਸ, ਠੀਕ ਹੈ। ਫਿਰ ਹੈਗਾ he likes to admire his comrades, comrade ਹੁੰਦੇ ਸਾਥੀ, ਅਰਥਾਤ ਉਹਨੂੰ ਇਹ ਚੰਗਾ ਲੱਗਦਾ ਹੈ ਆਪਣੇ ਸਾਥੀਆਂ ਦੀ ਸਿਫਤ ਕਰਨੀ, ਉਹਨੂੰ ਆਪਣੇ ਸਾਥੀਆਂ ਦੀ ਸਿਫਤ ਕਰਨੀ ਚੰਗਾ ਲੱਗਦਾ ਹੈ। ਜਦੋਂ ਬੱਚੋ he likes ਹੋਵੇ ਤਾਂ he likes, he wants, he wishes, he hopes, ਤੇ ਉਹਨੂੰ ਇੱਧਰ ਲਿਖਿਆ ਜਾਂਦਾ, ਤੇ ਅੱਗੇ ਫਿਰ ਥੋੜਾ ਐਡਜਸਟਮੈਂਟ ਕੀਤੀ ਜਾਂਦੀ ਹੈ। ਦੇਖੋ he likes ਤਾਂ he likes ਹੀ ਰਹੇਗਾ। ਹੁਣ ਹੈਗਾ to admire his comrades, ਟੂ ਐਡਮਾਇਰ ਦਾ ਬਣ ਜਾਏਗਾ ਟੂ ਬੀ ਐਡਮਾਇਰਡ, ਜਾਂ ਤਾਂ ਇਹ ਬਣੇਗਾ, ਪਰ ਇੱਥੇ ਟੂ ਬੀ ਐਡਮਾਇਰਡ ਜੇ ਕਰਾਂਗੇ ਤੇ ਫਿਰ ਥੋੜਾ ਭੁਲੇਖਾ ਪੈਂਦਾ ਹੈ। ਦੇਖੋ ਮੈਂ ਤੁਹਾਨੂੰ ਦੱਸਦਾ, ਜੇ ਮੈਂ ਇਹਨੂੰ ਇੱਦਾਂ ਲਿਖਾਂ he likes his comrades to be admired, ਮੈਂ ਇੱਦਾਂ ਲਿਖ ਸਕਦਾ, ਪਰ ਉਹ ਸਿਫਤਾਂ ਆਪ ਕਰ ਰਿਹਾ, ਉਹਨੂੰ ਚੰਗਾ ਲੱਗਦਾ ਆਪ ਸਿਫਤਾਂ ਕਰਨਾ। ਤੇ ਜੇ ਮੈਂ ਸੈਂਟੈਂਸ ਬਣਾਉਣਾ he likes his comrades to be admired, ਤੇ ਇਹਦਾ ਅਰਥ ਇਹ ਬਣ ਜਾਏਗਾ ਕਿ ਉਹਨੂੰ ਚੰਗਾ ਲੱਗਦਾ ਹੈ ਜਦੋਂ ਉਹਦੇ ਸਾਥੀਆਂ ਦੀ ਸਿਫਤਾਂ ਕੀਤੀਆਂ ਜਾਂਦੀਆਂ। ਹੁਣ ਸਿਫਤਾਂ ਭਾਵੇਂ ਕੋਈ ਹੋਰ ਵੀ ਕਰ ਰਹੇ ਹੋਣ ਤੇ ਉਹਨਾਂ ਅਰਥ ਪੂਰਾ ਨਹੀਂ ਪਤਾ ਲੱਗਦਾ, ਸੋ ਅਸੀਂ ਇਹ ਕਹਿਣਾ ਹੈ ਕਿ ਉਹਨੂੰ ਆਪਣੇ ਸਾਥੀਆਂ ਦੀ ਸਿਫਤ ਕਰਕੇ ਚੰਗਾ ਲੱਗਦਾ ਹੈ। ਸੋ ਇਹਨੂੰ ਇੱਦਾਂ ਲਿਖਾਂਗੇ he likes when his comrades are admired by him, ਅਰਥਾਤ ਉਹਨੂੰ ਚੰਗਾ ਲੱਗਦਾ ਹੈ ਜਦੋਂ ਉਹਦੀ ਸਾਥੀਆਂ ਦੀ ਉਹਦੇ ਵੱਲੋਂ ਸਿਫਤ ਕੀਤੀ ਜਾਂਦੀ ਹੈ, ਠੀਕ ਹੈ। ਸੋ he likes when his comrades are admired by him, ਠੀਕ ਹੈ। ਅੱਗੇ ਚਲੀਏ, children have to show him their book। ਹੁਣ ਬੱਚੋ ਦੇਖੋ ਇੱਥੇ ਇੱਕ ਤੇ to show ਆ ਗਿਆ, ਇਨਫਿਨਿਟਿਵ ਆ ਗਿਆ, ਤੇ ਇਹਦੇ ਪੱਕੀ ਗੱਲ to be shown ਆਏਗਾ, to be shown। ਹੁਣ him ਇੱਕ ਸਬਜੈਕਟ ਹੈਗਾ, ਆਬਜੈਕਟ ਹੈਗਾ, ਤੇ ਦੂਜਾ their book ਹੈ ਸੈਕਿੰਡ ਆਬਜੈਕਟ ਹੈਗਾ। ਸੋ ਅਸੀਂ ਬੱਚਿਓ ਜਿੱਦਾਂ ਪਹਿਲੇ ਸਵਾਲ ਕੀਤੇ ਨੇ, ਵਾਲੇ ਐਕਸਰਸਾਈਜ਼ ਪਹਿਲੇ ਵੀ ਆਈ ਹੈ, ਇਹਨੂੰ ਦੋ ਢੰਗ ਨਾਲ ਲਿਖ ਸਕਦੇ ਹਾਂ, ਪਹਿਲੇ ਇਸ ਸਬਜੈਕਟ ਨੂੰ, ਇਸ ਆਬਜੈਕਟ ਨੂੰ ਪਹਿਲੇ ਲੈ ਕੇ, ਜਾਂ ਫਿਰ ਇਸ ਆਬਜੈਕਟ ਨੂੰ ਪਹਿਲੇ ਲੈ ਕੇ। ਆਓ ਦੇਖੀਏ ਕਿਦਾਂ। ਸੋ ਪਹਿਲੇ ਇਹਨੂੰ ਲਈਏ देयर बुक, ਹੁਣ ਬੁੱਕ ਇੱਕ ਵਚਨ ਹੈ, ਸੋ ਹੈਜ਼ ਬਣ ਜਾਏਗਾ, ਸੋ ਟੂ ਸ਼ੋ ਦਾ ਬਣ ਜਾਏਗਾ ਟੂ ਬੀ ਸ਼ੋਨ, देयर बुक हैज टू बी शोन टू हिम ਇੱਥੇ ਆ ਗਿਆ ਬਾय चिल्ड्रन, ਠੀਕ ਹੈ। ਅੱਗੇ ਚਲੀਏ, ਹੁਣ ਮੈਂ ਇਹਨੂੰ ਲੈ ਲਵਾਂ, ਇਸ ਸਬਜੈਕਟ ਨੂੰ ਪਹਿਲੇ ਲੈ ਲਵਾਂ ਆਬਜੈਕਟ ਨੂੰ, ਸੋ he हैज टू बी शोन, he ਸਿੰਗੂਲਰ ਹੈਗਾ, ਇੱਥੇ ਵੀ ਬੁੱਕ ਵੀ ਸਿੰਗੂਲਰ ਸੀ, ਸੋ ਹੈਜ਼ ਟੂ ਬੀ ਸ਼ੋਨ, he has to be shown their book by children। ਇਹ ਬੱਚੋ ਇੱਦਾਂ ਦੇ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ, ਪਰ ਇੱਥੇ ਇਹ ਫਰਕ ਹੈ ਕਿ ਇੱਥੇ ਇਨਫਿਨਿਟਿਵ ਵੀ ਨਾਲ ਹੈਗੀ ਹੈ, ਠੀਕ ਹੈ। ਸੋ ਇਹ ਦੋਨੋਂ ਜੋੜ ਦਿੱਤੀਆਂ ਉਹਨਾਂ ਨੇ ਨਾਲ।
she had to sing a song at the party, अर्थात ਉਸਨੂੰ ਮਹਿਫਿਲ ਵਿੱਚ ਗੀਤ ਗਾਣਾ ਪਿਆ। ਠੀਕ ਹੈ, ਇਹ ਪਾਸਟ ਟੈਂਸ ਹੈਗਾ had। ਹੁਣ ਦੇਖੋ ਇਹਦਾ ਕੀ ਬਣ ਜਾਏਗਾ, ਇਹ ਤੇ ਪੱਕੀ ਗੱਲ ਹੈ ਕਿ ਟੂ ਸਿੰਗ ਦਾ ਬਣ ਜਾਏਗਾ ਟੂ ਬੀ ਸੰਗ, ਤੇ ਹੈਡ ਦਾ ਹੈਡ ਹੀ ਰਹਿੰਦਾ ਹੈ, ਚਾਹੇ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ, ਜਿਹੜਾ ਮਰਜੀ ਪਰਸਨ ਹੋਵੇ, ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਪਾਸਟ ਟੈਂਸ ਵਿੱਚ ਹੈਡ ਦਾ ਕੋਈ ਭੁਲੇਖਾ ਨਹੀਂ ਹੈਗਾ, ਸਿਰਫ ਹੈਜ਼ ਔਰ ਹੈਵ ਦਾ ਭੁਲੇਖਾ ਪ੍ਰੈਜ਼ੈਂਟ ਟੈਂਸ ਵਿੱਚ ਪੈਂਦਾ, ਕਿਤੇ ਹੈਜ਼ ਹੋ ਜਾਂਦਾ ਤੇ ਕਿਤੇ ਹੈਵ ਹੁੰਦਾ, ਕਿਤੇ ਹੈਵ ਤੇ ਕਿਤੇ ਹੈਜ਼ ਹੋ ਜਾਂਦਾ। ਹੈਡ ਦਾ ਕੋਈ ਭੁਲੇਖਾ ਨਹੀਂ। ਸੋ ਹੈਡ ਟੂ ਸਿੰਗ ਦਾ ਬਣ ਜਾਏਗਾ ਹੈਡ ਟੂ ਬੀ ਸੰਗ, ਹੈਡ ਟੂ ਬੀ ਸੰਗ। ਸੋ ਕੀ ਹੈ, ਹੈਡ ਟੂ ਬੀ ਸੰਗ ਅ ਸੌਂਗ, a song had to be sung by her at the party। ठीक है, ਅੱਗੇ चलिए। women like men to flatter them। flatter ਹੁੰਦਾ ਬੱਚਿਓ ਚਾਪਲੂਸੀ ਕਰਨੀ, ਖੁਸ਼ਾਮਦ ਕਰਨੀ, ਉਸਤਤ ਕਰਨੀ, ਠੀਕ ਹੈ, ਸਿਫਤਾਂ ਕਰਨੀਆਂ। ਸੋ ਫਲੈਟਰ ਦਾ ਹੁਣ ਟੂ ਫਲੈਟਰ ਦਾ ਬਣ ਜਾਏਗਾ ਟੂ ਬੀ ਫਲੈਟਰਡ। ਹੁਣ ਦੇਖੋ ਫਿਰ ਆ ਗਿਆ ਨਾ ਵੂਮਨ ਲਾਈਕ, ਜਿੱਥੇ ਇੱਥੇ ਸੀ ਹੀ ਲਾਈਕਸ, ਸੋ ਹੀ ਲਾਈਕਸ ਹੀ ਰਹੇਗਾ। ਸੋ ਵੂਮਨ ਲਾਈਕ ਦਾ ਵੂਮਨ ਲਾਈਕ ਰਹੇਗਾ। ਸੋ ਵੂਮਨ ਲਾਈਕ ਟੂ ਫਲੈਟਰ ਦਾ ਬਣ ਜਾਏਗਾ ਟੂ ਬੀ ਫਲੈਟਰਡ ਬਾਏ ਮੈਨ। ਇਹ ਦਮ ਤੇ ਇਹਦੇ ਨਾਲ ਹੀ ਲਿੰਕ ਹੋ ਗਿਆ ਮੈਨ, ਸੋ ਇਹਨੂੰ ਦੁਹਰਾਉਣ ਦੀ ਲੋੜ ਨਹੀਂ, ਉਹ ਵਿੱਚ ਹੀ ਅੰਡਰਸਟੂਡ ਹੋ ਗਿਆ ਬਾਏ ਮੈਨ। ਸੋ ਵੂਮਨ ਲਾਈਕ ਟੂ ਬੀ ਫਲੈਟਰਡ ਬਾਏ ਮੈਨ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਤਿੰਨ ਐਕਸਰਸਾਈਜ਼ਿਸ 13, 15 ਅਤੇ 17, 14 ਔਰ 16 ਜਿਹੜੀਆਂ ਤੁਹਾਡੀ ਕਿਤਾਬ 'ਚ ਆਲਰੇਡੀ ਸੋਲਵਡ ਹੈਗੀਆਂ, ਉਹ ਮੈਂ ਨਹੀਂ ਕਰ ਰਿਹਾ। ਪਰ ਜੇ ਕਿਸੇ ਵਿਦਿਆਰਥੀ ਨੂੰ ਲੱਗਦਾ ਕਿ ਉਹ ਸਮਝ ਨਹੀਂ ਆ ਰਿਹਾ ਤੇ ਉਹਦੀ ਐਕਸਪਲੇਨੇਸ਼ਨ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਵਿੱਚ ਲਿਖ ਸਕਦੇ ਹੋ, ਤੇ ਫਿਰ ਮੈਂ ਉਹਨਾਂ ਦਾ ਵੀ ਵੀਡੀਓ ਬਣਾ ਦੇਵਾਂਗਾ। ਨਹੀਂ ਤੇ ਮੈਂ ਹਾਲੇ ਸਿਰਫ ਉਹਨਾਂ ਐਕਸਰਸਾਈਜ਼ਿਸ ਦੀ ਵੀਡੀਓ ਹੀ ਬਣਾ ਰਿਹਾ ਜਿਹੜੀਆਂ ਐਕਸਰਸਾਈਜ਼ਿਸ ਤੁਹਾਡੀ ਕਿਤਾਬ ਵਿੱਚ ਅਨਸੋਲਵਡ ਹਨ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ ਮਨ ਲਗਾ ਕੇ ਆਪਣੀ ਪੜ੍ਹਾਈ ਕਰੀ ਚਲੋ, ਖੂਬ ਤਰੱਕੀਆਂ ਮਾਣੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।